ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਤੁਹਾਡੇ ਨਾਲ ਸਿੱਖ ਫਲਸਫਾ, ਸਿੱਖ ਤਵਾਰੀਖ ਜਾਂ ਗੁਰਮਤਿ ਵਿਚਾਰਧਾਰਾ ਦੇ ਨਾਲ ਸੰਬੰਧਿਤ ਕੁਝ ਵਿਖਿਆਨ ਸਾਂਝੇ ਕਰਨ ਦੇ ਯਤਨ ਰੋਜ਼ਾਨਾ ਕੀਤੇ ਜਾਂਦੇ ਨੇ, ਪਰ ਉਹਦੇ ਨਾਲ ਨਾਲ ਜੋ ਕੁਛ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਾਪਰ ਰਿਹਾ ਹੁੰਦਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦਾ ਭਵਿੱਖ ਕਿਵੇਂ ਦਾ ਹੋਵੇਗਾ, ਉਹਦੇ ਪ੍ਰਤੀ ਜਿਹੜੇ ਰਾਜਨੀਤੀ ਦੇ ਬਦਲ ਰਹੇ ਸਮੀਕਰਨ ਹੁੰਦੇ ਨੇ ਉਹਨਾਂ ਦੇ ਉੱਪਰ ਵੀ ਚਰਚਾ ਤਕਰੀਬਨ ਕਰਨ ਦਾ ਯਤਨ ਕਰਦਾ ਹਾਂ। ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਤਕਰੀਬਨ ਇਹਨਾਂ ਖਬਰਾਂ ਨੂੰ ਪੜ੍ਹ ਲਿਆ ਹੋਵੇਗਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਬੇਸ਼ੱਕ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਅਸਤੀਫਾ ਸੋਸ਼ਲ ਮੀਡੀਆ ਦੇ ਵਿੱਚ ਕਹਿ ਸਕਦੇ ਹੋ ਕਿ ਪ੍ਰਕਾਸ਼ਿਤ ਕਰ ਦਿੱਤਾ ਗਿਆ, ਕਾਂਗਰਸ ਹਾਈ ਕਮਾਂਡ ਉਸ ਨੂੰ ਪ੍ਰਵਾਨ ਕਰਦੀ ਹੈ ਜਾਂ ਉਹਦੇ ਉੱਪਰ ਕੀ ਪ੍ਰਤੀਕਿਰਿਆ ਜ਼ਾਹਿਰ ਕਰਦੀ ਹੈ, ਇਹ ਤਾਂ ਕੱਲ੍ਹ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਪਤਾ ਲੱਗੇਗਾ। ਪਰ ਫਿਲਹਾਲ ਇਹਦੇ ਨਾਲ ਪੰਜਾਬ ਦੇ ਸੂਬੇ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਜਿਹੜੀ ਕਾਂਗਰਸ ਦੀ ਅਸਥਿਰਤਾ ਸੀ ਉਹ ਲਗਾਤਾਰ ਵੱਧਦੀ ਜਾ ਰਹੀ ਹੈ, ਤੇ ਜਾਂ ਕਹਿ ਸਕਦੇ ਹਾਂ ਕਿ ਲੰਬੇ ਸਮੇਂ ਤੋਂ ਚੱਲ ਰਹੀ ਕਾਂਗਰਸ ਦੀ ਅਸਥਿਰਤਾ ਦੇ ਵਿੱਚ ਇੱਕ ਹੋਰ ਅਧਿਆਇ ਜਾਂ ਇੱਕ ਹੋਰ ਪੰਨਾ ਜਿਹੜਾ ਉਹ ਜੁੜ ਗਿਆ। ਆਮ ਜੇਕਰ ਲੋਕਾਂ ਦੇ ਚਿੰਤਨ ਦੀ ਗੱਲ ਕਰੀਏ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਜਿਹੜਾ ਸੂਬਾ ਹੈ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਅਸਥਿਰਤਾਵਾਂ ਜਾਂ ਕਹਿ ਸਕਦੇ ਹੋ ਕਿ ਆਰਥਿਕ ਤੌਰ 'ਤੇ ਇੱਕ ਵੱਡੀ ਮੰਦਹਾਲੀ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੀੜਤ ਹੈ ਉਸ ਮੰਦਹਾਲੀ ਤੋਂ। ਪਰ ਉਸ ਸਮੇਂ ਦੇ ਵਿੱਚ ਰਾਜਨੀਤਿਕ ਤੌਰ 'ਤੇ ਜਿਹੜੀ ਇਸ ਤਰ੍ਹਾਂ ਦੀ ਅਸਥਿਰਤਾ ਹੁੰਦੀ ਹੈ ਰਾਜ ਦੇ ਵਿੱਚ, ਉਹ ਕਿਤੇ ਨਾ ਕਿਤੇ ਸੂਬੇ ਦੇ ਅੰਦਰ ਹੋਰ ਐਸੀ ਅਸਥਿਰਤਾ ਨੂੰ ਪੈਦਾ ਕਰਦੀ ਹੈ ਜਿਹਦੇ ਨਾਲ ਜਿਹੜੇ ਸੂਬੇ ਦੇ ਸਿਆਸੀ ਜਾਂ ਭਵਿੱਖ ਦੇ ਸਮੀਕਰਨ ਜਿਹੜੇ ਨੇ ਉਹ ਬਿਲਕੁਲ ਬਦਲ ਜਾਂਦੇ ਨੇ। ਤੇ ਸਭ ਤੋਂ ਅਹਿਮ ਹੁੰਦਾ ਹੈ ਕਿ ਜਦੋਂ ਇਵੇਂ ਦੀ ਅਸਥਿਰਤਾ ਪੈਦਾ ਹੁੰਦੀ ਹੈ ਜਾਂ ਕਹਿ ਸਕਦੇ ਹੋ ਕਿ ਸਿਆਸੀ ਤੌਰ 'ਤੇ ਇਵੇਂ ਦੇ ਸਮੀਕਰਨ ਬਣਦੇ ਨੇ, ਜਦੋਂ ਅਸੀਂ ਉਸ ਦਾ ਬਹੁਦਿਸ਼ਾਵੀ ਚਿੰਤਨ ਕਰਦੇ ਹਾਂ ਤਾਂ ਫਿਰ ਆ ਜਾ ਕੇ ਹਰ ਮਨੁੱਖ ਦੇ ਮਨ ਦੇ ਵਿੱਚ ਹੁੰਦੀ ਹੈ ਕਿ ਆਉਣ ਵਾਲਾ ਭਵਿੱਖ ਜਿਹੜਾ ਉਹ ਕਿਵੇਂ ਦਾ ਹੋਵੇਗਾ। ਸੋ ਜੇਕਰ ਆਉਣ ਵਾਲੇ ਭਵਿੱਖ ਦੀ ਗੱਲ ਕਰੀਏ ਤਾਂ ਤਕਰੀਬਨ ਇੰਜ ਲੱਗਦਾ ਹੈ ਕਿ ਇਹਦਾ ਸਾਰਾ ਜਿਹੜਾ ਫਾਇਦਾ ਹੈ, ਜਿਸ ਤਰ੍ਹਾਂ ਦੀ ਅਸਥਿਰਤਾ ਪੰਜਾਬ ਦੀ ਰਾਜ ਸੱਤਾ ਦੇ ਵਿੱਚ ਫੈਲ ਗਈ ਹੈ, ਇਸ ਅਸਥਿਰਤਾ ਦਾ ਕਿਤੇ ਨਾ ਕਿਤੇ ਜਿਹੜਾ ਫਾਇਦਾ ਹੈ ਉਹ ਕੇਂਦਰ ਦੇ ਵਿੱਚ ਕਾਬਜ਼ ਬਹੁਤ ਭਾਰਤੀ ਜਨਤਾ ਪਾਰਟੀ ਭਾਜਪਾ ਦੀ ਸਰਕਾਰ ਨੂੰ ਜਾਂ ਫਿਰ ਉਹਨਾਂ ਦੀ ਕੋਈ ਸੰਭਾਵੀ ਬੀ ਟੀਮ ਜਿਹੜੀ ਪੰਜਾਬ ਦੇ ਰਾਜਨੀਤਿਕ ਸਮੀਕਰਨਾਂ ਦੇ ਵਿੱਚ ਜ਼ਿਆਦਾ ਸਰਗਰਮ ਹੋਵੇਗੀ ਉਸ ਨੂੰ ਹੀ ਫਾਇਦਾ ਮਿਲੇਗਾ। ਪਰ ਇਹਦੇ ਵਿੱਚੋਂ ਪੰਜਾਬੀਅਤ ਦੇ ਪੱਲੇ ਕੀ ਪੈਂਦਾ ਹੈ, ਫਿਲਹਾਲ ਇਸ ਦੇ ਬਾਰੇ ਕੋਈ ਕਿਆਸ ਰਾਈ ਵੀ ਕੀਤੀ ਨਹੀਂ ਜਾ ਸਕਦੀ, ਕਿਉਂਕਿ ਜਿਹੜੀ ਕਾਂਗਰਸ ਦੀ ਅੰਦਰੂਨੀ ਜੰਗ ਹੈ ਉਹ ਅੰਦਰੂਨੀ ਜੰਗ ਭਾਜਪਾ ਦੀਆਂ ਉਹਨਾਂ ਆਸਾਂ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਪੂਰੇ ਉਤਰਨ ਦੀ ਦਿਸ਼ਾ ਵੱਲ ਤੁਰ ਪਈ ਹੈ। ਜਦੋਂ ਕਿ ਪੰਜਾਬ ਦੀ ਭਾਜਪਾ ਦੇ ਜਿਹੜੇ ਲੀਡਰ ਨੇ, ਜਦੋਂ ਦਾ ਅਕਾਲੀ ਦਲ ਤੋਂ ਤੋੜ ਵਿਛੋੜਾ ਹੋਇਆ ਹੈ ਤੇ ਉਹਨਾਂ ਦਾ ਸ਼ੁਰੂ ਤੋਂ ਇੱਕ ਬਿਆਨ ਰਿਹਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਗਲੀਆਂ ਚੋਣਾਂ ਆਪਣੇ ਬਲ ਬੂਤੇ ਉੱਪਰ ਲੜਾਂਗੇ ਤੇ ਸਾਰੇ ਅਸੈਂਬਲੀ ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰ ਖੜੇ ਕਰਾਂਗੇ। ਸੋ ਇਸ ਕਰਕੇ ਇਹ ਜਿਹੜੀਆਂ ਸੰਭਾਵਨਾਵਾਂ ਨੇ ਕਿਤੇ ਨਾ ਕਿਤੇ ਮੈਂ ਫਿਰ ਬਾਰ-ਬਾਰ ਬੇਨਤੀ ਕਰ ਦੇਵਾਂ ਕਿ ਇਸ ਨੂੰ ਠੋਸ ਤੱਥ ਦੇ ਰੂਪ ਦੇ ਵਿੱਚ ਬੇਸ਼ੱਕ ਨਹੀਂ ਵੇਖਿਆ ਜਾ ਸਕਦਾ, ਪਰ ਜਦੋਂ ਵੀ ਰਾਜਸੀ ਸਮੀਕਰਨ ਬਦਲਦੇ ਨੇ ਤਾਂ ਕਿਤੇ ਨਾ ਕਿਤੇ ਭਵਿੱਖ ਦੀਆਂ ਕਿਆਸ ਰਹੀਆਂ ਜਿਹੜੀਆਂ ਨੇ ਉਹ ਜ਼ਰੂਰ ਹੁੰਦੀਆਂ ਨੇ। ਕਿਉਂਕਿ ਇੱਕ ਪਾਸੇ ਇੱਕੋ ਦਿਨ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮੀਡੀਆ ਦੇ ਵਿੱਚ ਆ ਜਾਣਾ ਤੇ ਉਹਦੇ ਨਾਲ ਹੀ ਇਹ ਖਬਰਾਂ ਨਸ਼ਰ ਹੋ ਜਾਣੀਆਂ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਚਲੇ ਗਏ ਨੇ, ਤੇ ਮੀਡੀਆ ਦੇ ਵਿੱਚ ਕੁਝ ਸੂਤਰਾਂ ਅਨੁਸਾਰ ਇਹਨਾਂ ਖਬਰਾਂ ਦੀਆਂ ਕਿਆਸ ਰਾਈਆਂ ਜਾਂ ਇਹਨਾਂ ਖਬਰਾਂ ਦਾ ਬਾਜ਼ਾਰ ਬੜਾ ਗਰਮ ਹੈ ਕਿ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ। ਭਾਵੇਂ ਕਿ ਪਹਿਲਾਂ ਵੀ ਸਾਰੇ ਪੰਜਾਬ ਦੇ ਜਿਹੜੇ ਰਾਜਸੀ ਤੌਰ ਤੇ ਉੱਪਰ ਚਿੰਤਨ ਕਰਨ ਵਾਲੇ ਲੋਕ ਨੇ ਉਹ ਜਾਣਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਮਿਤ ਸ਼ਾਹ ਜਾਂ ਭਾਜਪਾ ਦੀ ਜਿਹੜੀ ਕਹਿ ਸਕਦੇ ਹੋ ਕਿ ਕੇਂਦਰੀ ਸਰਕਾਰ ਹੈ ਉਹਦੇ ਨਾਲ ਚੰਗੇ ਸੰਬੰਧ ਨੇ। ਸੋ ਸਾਰੇ ਜਿਹੜੇ ਪੰਜਾਬ ਦੇ ਇਹ ਬਦਲਦੇ ਹੋਏ ਸਿਆਸੀ ਸਮੀਕਰਨ ਨੇ, ਇਹਨਾਂ ਦੇ ਵਿੱਚ ਕੁਝ ਮੁੱਦੇ ਜਿਹੜੇ ਨੇ ਉਹਨਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀ ਕੈਪਟਨ ਤੇ ਸਿੱਧੂ ਦੀ ਜੰਗ ਸੀ ਉਹਦੇ ਵਿੱਚ ਜਾਂ ਫਿਰ ਅਕਾਲੀ ਕਾਂਗਰਸ ਜਾਂ ਫਿਰ ਭਾਜਪਾ ਅਕਾਲੀ ਤੋੜ ਵਿਛੋੜੇ ਦੇ ਵਿੱਚ ਜਿਹੜੇ ਮੁੱਦੇ ਸੀ ਉਹਨਾਂ ਦੀ ਸਾਂਝ ਬਹੁਤ ਹੈ। ਹੁਣ ਉਹ ਸਾਂਝ ਉਹ ਹੈ ਕਿ ਜਿਹੜੇ ਮੁੱਦੇ ਅਕਾਲੀ ਦਲ ਦੇ ਖਿਲਾਫ ਜਾਂਦੇ ਸੀ ਤੇ ਜਿਨ੍ਹਾਂ ਮੁੱਦਿਆਂ ਦੇ ਉੱਪਰ ਇੱਕ ਕਹਿ ਸਕਦੇ ਹੋ ਕਿ ਸਰਗਰਮ ਰਾਜਨੀਤੀ ਕਰਨ ਤੋਂ ਬਾਅਦ ਕੈਪਟਨ ਸਰਕਾਰ ਹੋਣ ਦੇ ਵਿੱਚ ਆਈ ਸੀ, ਬਾਅਦ ਦੇ ਵਿੱਚ ਕਾਂਗਰਸ ਦੇ ਵਿੱਚੋਂ ਵੱਖਰੇ ਹੋਏ ਧੜੇ ਨੇ
ਜਿਸ ਦੀ ਕਹਿ ਸਕਦੇ ਹੋ ਕਿ ਪ੍ਰਮੁੱਖ ਰੂਪ ਦੇ ਵਿੱਚ ਨੁਮਾਇੰਦਗੀ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਹੀ ਕੀਤੀ ਗਈ ਤੇ ਉਹਨਾਂ ਦੇ ਕੋਲ ਵੀ ਉਹੀ ਮੁੱਦੇ ਸਨ। ਹੁਣ ਜਦੋਂ ਨਵਾਂ ਮੰਤਰੀ ਮੰਡਲ ਜਿਹੜਾ ਸੀ ਉਹ ਹੋਂਦ ਦੇ ਵਿੱਚ ਆਇਆ ਤਾਂ ਉਹਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਜਾਂ ਫਿਰ ਉਹਨਾਂ ਦੇ ਪ੍ਰਤੀਕਰਮ ਦੇ ਵਿੱਚ ਜੇਕਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਤਾਂ ਉਹਦੇ ਵਿੱਚ ਵੀ ਉਹੀ ਮੁੱਦੇ ਜਿਹੜੇ ਨੇ ਉਹ ਸਰਗਰਮ ਨੇ। ਸੋ ਕਹਿਣ ਤੋਂ ਭਾਵ ਹੈ ਕਿ ਇਹ ਜਿਹੜੀ ਮੁੱਦਿਆਂ ਦੀ ਰਾਜਨੀਤੀ ਹੈ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ, ਉਹ ਚਾਹੇ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਜਾਂਦੇ ਸੀ ਉਦੋਂ ਵੀ ਕਹਿ ਸਕਦੇ ਹੋ ਕਿ ਕਾਂਗਰਸ ਸਰਕਾਰ ਨੂੰ ਇਸ ਦਾ ਫਾਇਦਾ ਮਿਲਿਆ। ਕੈਪਟਨ ਦੇ ਖਿਲਾਫ ਉਹਨਾਂ ਮੁੱਦਿਆਂ ਦੇ ਉੱਪਰ ਕੋਈ ਕਹਿ ਸਕਦੇ ਹੋ ਕਿ ਨਿੱਗਰ ਕਦਮ ਨਾ ਉਠਾਉਣ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਇਸ ਗੱਲ ਦਾ ਫਾਇਦਾ ਮਿਲਿਆ। ਹੁਣ ਜਦੋਂ ਨਵੇਂ ਮੰਤਰੀ ਮੰਡਲ ਦੀ ਚੋਣ ਹੋਈ ਤਾਂ ਆ ਜਾ ਕੇ ਕੁਝ ਐਸੇ ਚਿਹਰੇ ਸੀ ਉਸ ਮੰਤਰੀ ਮੰਡਲ ਦੇ ਵਿੱਚ ਆਏ ਜਿੱਥੋਂ ਇੰਜ ਲੱਗਾ ਨਵਜੋਤ ਸਿੰਘ ਸਿੱਧੂ ਨੂੰ ਕਿ ਸ਼ਾਇਦ ਜਿਹੜੀ ਜੰਗ ਮੈਂ ਲੜਨੀ ਚਾਹ ਰਿਹਾ ਸੀਗਾ ਉਸ ਜੰਗ ਲੜਨ ਦੇ ਵਾਸਤੇ ਜਿਹੜੇ ਸਿਪਾਹੀ ਜਾਂ ਮੋਹਰੇ ਅੱਗੇ ਕੀਤੇ ਗਏ ਨੇ ਸ਼ਾਇਦ ਉਹ ਭਵਿੱਖ ਦੇ ਵਿੱਚ ਕਾਂਗਰਸ ਦੇ ਵਾਸਤੇ ਨੁਕਸਾਨਦੇਹ ਸਾਬਤ ਹੋਣਗੇ। ਹੁਣ ਜੇਕਰ ਅਸੀਂ ਮੀਡੀਆ ਦੇ ਵਿੱਚ ਚੱਲ ਰਹੀਆਂ ਖਬਰਾਂ ਨੂੰ ਧਿਆਨ ਨਾਲ ਵੇਖੀਏ ਤਾਂ ਉਹਦੇ ਵਿੱਚ ਵੀ ਕਾਂਗਰਸ ਦੀ ਜਿਹੜੀ ਲੌਬੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੈ, ਜਿਹੜੀ ਅਕਾਲੀ ਦਲ ਦੇ ਨਾਲ ਹੈ ਜਾਂ ਜਿਹੜੀ ਸਿੱਧੂ ਦੇ ਨਾਲ ਹੈ ਜਾਂ ਫਿਰ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਜਿਹੜੀਆਂ ਸਰਗਰਮ ਰਾਜਨੀਤਿਕ ਧਿਰਾਂ ਨੇ ਉਹਦੇ ਵਿੱਚੋਂ ਦੋ ਪੱਖ ਉੱਭਰ ਕੇ ਸਾਹਮਣੇ ਆ ਰਹੇ ਨੇ ਕਿ ਕੀ ਸਿੱਧੂ ਦੇ ਅਸਤੀਫੇ ਦਾ ਕਾਰਨ ਉਸ ਦੀ ਹਉਮੈ ਹੈ ਜਾਂ ਫਿਰ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਹਮਦਰਦੀ। ਜਦੋਂ ਅਸੀਂ ਹਉਮੈ ਦਾ ਪੱਖ ਵੇਖਦੇ ਹਾਂ ਤਾਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਹਿ ਸਕਦੇ ਹੋ ਕਿ ਸੈਂਟਰ ਜਿਹੜਾ ਬਣਿਆ ਸੀ, ਜਿਹੜਾ ਕੇਂਦਰ ਬਣਿਆ ਸੀ ਤਾਕਤ ਦਾ, ਉਹ ਨਵਜੋਤ ਸਿੰਘ ਸਿੱਧੂ ਸੀ। ਬੇਸ਼ੱਕ ਕਿ ਉਹਨੇ ਇਸ ਸਰਕਾਰ ਦੇ ਵਿੱਚ ਕਿੰਗ ਮੇਕਰ ਦੀ ਭੂਮਿਕਾ ਵੀ ਨਿਭਾਈ, ਪਰ ਅਸਲੀਅਤ ਦੇ ਵਿੱਚ ਇਹ ਹੈ ਕਿ ਬਹੁਤ ਸਾਰੇ ਰਾਜਨੀਤਿਕ ਵਿਸ਼ਲੇਸ਼ਣ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਵਿਚਾਰ ਹੈ ਕਿ ਸਿੱਧੂ ਕੇਵਲ ਕਿੰਗ ਮੇਕਰ ਹੀ ਨਹੀਂ ਕਿੰਗ ਵੀ ਬਣਨਾ ਚਾਹੁੰਦਾ ਸੀ, ਪਰ ਉਹਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੋਇਆ ਕਿ ਜਿਹੜੇ ਮੰਤਰੀ ਮੰਡਲ ਦੇ ਵਿੱਚ ਅਹੁਦਿਆਂ ਦੀ ਵੰਡ ਹੋਈ ਹੈ ਉਹ ਉਸ ਦੀ ਮਰਜ਼ੀ ਅਨੁਸਾਰ ਨਹੀਂ ਹੋਈ, ਭਾਵ ਕਿ ਜਿਸ ਦਿਸ਼ਾ ਦੇ ਵਿੱਚ ਸਿੱਧੂ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਜਾਣਾ ਚਾਹੁੰਦਾ ਸੀ ਉਹ ਉਸ ਦੀ ਜਿਹੜੀ ਗੱਲ ਹੈ ਉਹ ਪੂਰੀ ਨਹੀਂ ਹੋ ਸਕੀ। ਦੂਸਰੀ ਗੱਲ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਿਆਸੀ ਵਿਸ਼ਲੇਸ਼ਣਕਰਤਾ ਜਿਹੜੇ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਚਾਹਵਾਨ ਵੀ ਸੀ, ਪ੍ਰਮੁੱਖ ਉਮੀਦਵਾਰ ਸੀ ਔਰ ਕਾਂਗਰਸ ਦੇ ਵਿੱਚ ਇਹ ਰਵਾਇਤ ਵੀ ਚੱਲਦੀ ਰਹੀ ਹੈ ਕਿ ਹਮੇਸ਼ਾ ਆਉਣ ਵਾਲਾ ਮੁੱਖ ਮੰਤਰੀ ਜਿਹੜਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਹੀ ਹੁੰਦਾ ਹੈ। ਸੋ ਇਸ ਨੂੰ ਸਿੱਧੂ ਦੇ ਭਵਿੱਖ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ, ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿੰਨਾ ਥੋੜਾ ਸਮਾਂ ਸਰਕਾਰ ਦੇ ਕੋਲ ਰਹਿ ਗਿਆ ਸੀ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ, ਉਹ ਕੁਝ ਮਹੀਨੇ ਨੇ, 3.5 ਜਾਂ 4 ਮਹੀਨੇ, ਤੇ ਇੰਨੇ ਮਹੀਨਿਆਂ ਦੇ ਵਿੱਚ ਜਿਹੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਕਾਂਗਰਸ ਦੀ ਪੰਜਾਬ ਦੀ ਪ੍ਰਦੇਸ਼ ਲੀਡਰਸ਼ਿਪ ਦੇ ਵਿੱਚ ਵੱਡੀ ਤਬਦੀਲੀ ਕੀਤੀ ਗਈ, ਸਿੱਧੂ ਜਾਂ ਉਸ ਦੇ ਸਮਰਥਕ ਇਹ ਵੀ ਮਹਿਸੂਸ ਕਰਦੇ ਨੇ ਕਿ ਇੰਨੇ ਥੋੜੇ ਸਮੇਂ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਮੁੱਦਿਆਂ ਦਾ ਕੋਈ ਸਾਰਥਿਕ ਹੱਲ ਨਹੀਂ ਨਿਕਲ ਸਕਦਾ। ਸੋ ਕਹਿਣ ਤੋਂ ਭਾਵ ਇਹ ਹੈ ਕਿ 4 ਮਹੀਨੇ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਇੱਕ ਤਰ੍ਹਾਂ ਦੇ ਨਾਲ ਬਲੀ ਦਾ ਬੱਕਰਾ ਬਣਨ ਵਾਲੀ ਗੱਲ ਸੀ। ਤੇ ਜਿਹੜੀ ਹਾਈ ਕਮਾਂਡ ਹੈ, ਹਾਈ ਕਮਾਂਡ ਦੀ ਵੀ ਜਿਹੜੀ ਨੀਤੀ ਰਹੀ ਹੈ ਉਹਦੇ ਵਿੱਚ ਹੁਣ ਸਭ ਤੋਂ ਵੱਡੀ ਸਮੱਸਿਆ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਵਾਸਤੇ ਆ ਗਈ ਸੀ ਕਿ ਬੇਸ਼ੱਕ ਇਸ 4 ਮਹੀਨੇ ਦੇ ਸਮੇਂ ਦੇ ਵਾਸਤੇ ਉਹ ਮੁੱਖ ਮੰਤਰੀ ਨਹੀਂ ਬਣ ਸਕਿਆ, ਜਾਂ ਇਹ ਵੀ ਕਹਿ ਸਕਦੇ ਹੋ ਕਿ ਕਿਤੇ ਨਾ ਕਿਤੇ ਉਸ ਨੇ ਆਪਣਾ ਇੱਕ ਸੁਰੱਖਿਅਤ ਜਿਹੜਾ ਰਾਹ ਸੀ ਉਹ ਚੁਣ ਲਿਆ ਕਿ ਕੁਝ ਸਮੇਂ ਦੇ ਵਾਸਤੇ, ਜਿੰਨੇ ਸਮੇਂ ਦੇ ਵਿੱਚ ਪੰਜਾਬ ਦੇ ਉਹ ਮੁੱਦੇ ਜਿਹੜੇ ਬੜੇ ਸਰਗਰਮ ਨੇ, ਜੇਕਰ ਉਹਨਾਂ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ ਤਾਂ ਕਿਸੇ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਸਕੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਉਸ ਨੂੰ ਹੋਰ ਵੀ ਧੁੰਦਲਾ ਮਹਿਸੂਸ ਹੋ ਰਿਹਾ ਸੀ, ਕਿਉਂਕਿ ਉਹ ਸਭ ਤੋਂ ਵੱਡੀ ਗੱਲ ਸੀ ਕਿ ਪਾਰਟੀ ਹਾਈ ਕਮਾਂਡ ਦੇ ਵਾਸਤੇ ਇੱਕ ਦਲਿਤ ਚਿਹਰੇ ਨੂੰ, ਵੈਸੇ ਅਸੀਂ ਸਿੱਖ ਨਜ਼ਰੀਏ ਤੋਂ ਇਸ ਗੱਲ ਨੂੰ ਨਹੀਂ ਮੰਨਦੇ ਕਿ ਪਾਰਟੀ ਹਾਈ ਕਮਾਂਡ ਦੇ ਵੱਲੋਂ ਇੱਕ ਵੱਡਾ ਪੱਤਾ ਖੇਡਿਆ ਗਿਆ ਸੀ ਉਸ ਵੇਲੇ, ਜਿਸ ਵੇਲੇ ਭਾਜਪਾ ਵੱਲੋਂ ਇਹ ਗੱਲ ਕੀਤੀ ਜਾ ਰਹੀ ਸੀ ਕਿ ਸਾਡਾ ਆਉਣ ਵਾਲਾ ਜਿਹੜਾ ਕਹਿ ਸਕਦੇ ਹੋ ਕਿ ਵਾਈਸ ਜਿਹੜਾ ਚੀਫ ਮਿਨਿਸਟਰ ਹੈ ਜਾਂ ਫਿਰ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਉਪ ਮੁੱਖ ਮੰਤਰੀ ਜਿਹੜਾ ਉਹ ਦਲਿਤ ਤੇ ਚਿਹਰਾ ਜ਼ਰੂਰ ਹੋਵੇਗਾ। ਇਹੀ ਗੱਲ ਜਿਹੜੀ ਸੀ ਅਕਾਲੀ ਦਲ ਦੇ ਵੱਲੋਂ ਵੀ ਕੀਤੀ ਗਈ, ਕਿਤੇ ਨਾ ਕਿਤੇ ਇਹ ਗੱਲ ਆਮ ਆਦਮੀ ਪਾਰਟੀ ਵੱਲੋਂ ਵੀ ਆ ਰਹੀ ਸੀ। ਸੋ ਲੱਗ ਰਿਹਾ ਸੀ ਕਿ ਕਾਂਗਰਸ ਦੇ ਵੱਲੋਂ ਇੱਕ ਵੱਡਾ ਪੱਤਾ ਖੇਡਿਆ ਗਿਆ ਹੈ ਇਹਨਾਂ ਪਾਰਟੀਆਂ ਦੇ ਉੱਪਰ
ਆਪਣਾ ਇੱਕ ਵੱਡਾ ਰਸੂਖ ਸਾਬਤ ਕਰਨ ਦੇ ਵਾਸਤੇ। ਪਰ ਭਵਿੱਖ ਦੇ ਵਿੱਚ ਇਹ ਸਮੱਸਿਆ ਆ ਗਈ ਸੀ ਕਿ ਹੁਣ ਉਸ ਚਿਹਰੇ ਨੂੰ ਹਟਾਉਣਾ ਜਿਹੜਾ, ਉਹ ਸਿੱਧੂ ਕਿਤੇ ਨਾ ਕਿਤੇ ਇਹ ਮਹਿਸੂਸ ਕਰ ਰਿਹਾ ਸੀਗਾ ਕਿ ਇਸ ਚਿਹਰੇ ਨੂੰ ਹਟਾਉਣ ਦੇ ਨਾਲ ਹੁਣ ਪੰਜਾਬ ਦੇ ਵਿੱਚ ਜਿਹੜਾ ਦਲਿਤ ਵੋਟਰ ਹੋਵੇਗਾ ਉਹਦਾ ਪ੍ਰਤੀਕਰਮ ਜਾਂ ਜਿਹੜੀ ਉਹਦੀ ਪ੍ਰਤੀਕਿਰਿਆ ਹੋਵੇਗੀ ਉਹ ਕਿਤੇ ਨਾ ਕਿਤੇ ਉਹਦਾ ਜਿਹੜਾ ਸਿੰਪਥੀ ਫੈਕਟਰ ਹੈ ਜਿਹੜੀ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਦੇ ਵਿੱਚ ਜਾਵੇਗੀ ਤੇ ਹਟਾਉਣਾ ਇੰਨਾ ਸੌਖਾ ਨਹੀਂ ਹੋਵੇਗਾ। ਤੇ ਪਾਰਟੀ ਹਾਈ ਕਮਾਂਡ ਦੇ ਵੱਲੋਂ ਵੀ ਐਵੇਂ ਦੇ ਸੰਕੇਤ ਦਿੱਤੇ ਗਏ ਕਿ ਅਜੇ ਇਸ ਮੌਕੇ ਦੇ ਉੱਪਰ ਪੰਜਾਬ ਦਾ ਅਗਲਾ ਸੰਭਾਵੀ ਮੁੱਖ ਮੰਤਰੀ ਕੌਣ ਹੋਵੇਗਾ ਇਸ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਔਰ ਇਸ ਗੱਲ ਦੇ ਉੱਪਰ ਜਿਹੜੀ ਹੈ ਉਹ ਜਾਖੜ ਸਾਹਿਬ ਦੇ ਵੱਲੋਂ, ਸੁਨੀਲ ਜਾਖੜ ਦੇ ਵੱਲੋਂ ਪ੍ਰਤੀਕਿਰਿਆ ਵੀ ਦਿੱਤੀ ਗਈ ਸੀ। ਹੁਣ ਦੂਜੀ ਜਦੋਂ ਅਸੀਂ ਗੱਲ ਕਰਦੇ ਇਹ ਪੱਖ ਸੀਗਾ ਕਿ ਜਿਹੜਾ ਮੀਡੀਆ ਵਿੱਚ ਆ ਰਿਹਾ ਹੈ ਕਿ ਹਉਮੈ ਦਾ ਪੱਖ, ਕਿ ਸਿੱਧੂ ਨੂੰ ਇੰਝ ਮਹਿਸੂਸ ਹੋਇਆ ਕਿ ਜਿਹੜੇ ਮੁੱਦਿਆਂ ਦੇ ਆਧਾਰਿਤ ਮੈਂ ਕਿੰਗ ਜਾਂ ਕਿੰਗ ਮੇਕਰ ਬਣਨ ਦੇ ਵਾਸਤੇ ਇੰਨਾ ਲੰਬਾ ਪੰਜਾਬ ਕਾਂਗਰਸ ਦੇ ਵਿੱਚ ਰਹਿ ਕੇ ਸੰਘਰਸ਼ ਲੜਿਆ, ਉਹ ਸਾਰੀਆਂ ਜਿਹੜੀਆਂ ਮੁੱਦੇ ਨੇ ਉਹਨਾਂ ਦੀ ਕਹਿ ਸਕਦੇ ਹੋ ਕਿ ਸਾਰਥਿਕਤਾ ਦੇ ਨਾਲ ਹੱਲ ਵਾਲੇ ਪਾਸੇ ਨਹੀਂ ਵਧਿਆ ਜਾ ਸਕਦਾ ਤੇ ਉਸ ਹਉਮੈ ਨੂੰ ਠੇਸ ਲੱਗੀ ਹੋ ਸਕਦੀ ਹੈ। ਹੁਣ ਅਗਲੀ ਗੱਲ ਆ ਜਾਂਦੀ ਹੈ ਕਿ ਜਿਹੜੀ ਉਸ ਦੇ ਅਸਤੀਫੇ ਦੀ ਸ਼ਬਦਾਵਲੀ ਹੈ, ਉਹਦੇ ਵਿੱਚ ਉਸ ਨੇ ਬੜਾ ਸਪਸ਼ਟ ਲਿਖਿਆ ਹੈ ਕਿ ਨੈਤਿਕ ਤੌਰ ਤੇ ਜਿਹੜੀਆਂ ਸਮਝੌਤਾਵਾਦੀ ਨੀਤੀਆਂ ਹੁੰਦੀਆਂ ਨੇ ਉਹ ਪਤਨ ਦਾ ਕਾਰਨ ਬਣ ਜਾਂਦੀਆਂ ਨੇ ਤੇ ਕਾਂਗਰਸ ਹਾਈ ਕਮਾਂਡ ਪੰਜਾਬ ਦੀ ਕਹਿ ਸਕਦੇ ਹੋ ਕਿ ਭਲਾਈ ਅਤੇ ਭਵਿੱਖ ਵਾਸਤੇ ਸੁਹਿਰਦ ਨਹੀਂ ਹੈ। ਸੋ ਇਹਦੇ ਵਿੱਚੋਂ ਕਿਤੇ ਨਾ ਕਿਤੇ ਇਹ ਗੱਲ ਵੀ ਝਲਕਦੀ ਹੈ ਕਿ ਸ਼ਾਇਦ ਜਿਸ ਪੰਜਾਬ ਮਾਡਲ ਦੀ ਗੱਲ ਸਰਦਾਰ ਨਵਜੋਤ ਸਿੰਘ ਸਿੱਧੂ ਕਰਦਾ ਸੀ, ਸ਼ਾਇਦ ਉਹਨੂੰ ਇੰਜ ਲੱਗ ਰਿਹਾ ਹੈ ਕਿ ਜਿਸ ਮੰਤਰੀ ਮੰਡਲ ਦੀ ਚੋਣ ਕੀਤੀ ਗਈ ਹੈ ਜਾਂ ਜਿਹੜੇ ਚਿਹਰੇ ਰਾਜਸੀ ਤੌਰ ਤੇ ਜਾਂ ਪ੍ਰਸ਼ਾਸਨਿਕ ਤੌਰ ਤੇ ਪੰਜਾਬ ਕਾਂਗਰਸ ਦੀ ਸਰਕਾਰ ਦੀ ਤਬਦੀਲੀ ਤੋਂ ਬਾਅਦ ਹੋਂਦ ਦੇ ਵਿੱਚ ਲਿਆਂਦੇ ਗਏ ਨੇ, ਉਹਨਾਂ ਚਿਹਰਿਆਂ ਦੇ ਉੱਪਰ ਵੀ ਬਹੁਤ ਸਾਰੇ ਸਵਾਲੀਆ ਚਿੰਨ੍ਹ ਲੱਗਦੇ ਨੇ। ਸੋ ਇਸ ਕਰਕੇ ਜਿਹੜੇ ਮੁੱਦਿਆਂ ਦੇ ਉੱਪਰ ਇੰਨਾ ਲੰਬਾ ਸੰਘਰਸ਼ ਲੜਿਆ ਗਿਆ, ਜਿਨ੍ਹਾਂ ਮੁੱਦਿਆਂ ਦੇ ਉੱਪਰ ਸਿੱਧੂ ਦੀ ਜਿਹੜੀ ਐਸਟੈਬਲਿਸ਼ਮੈਂਟ ਹੋਈ ਸੀਗੀ, ਉਹ ਜਿਹੜੇ ਮੁੱਦੇ ਨੇ ਉਹਨਾਂ ਦਾ ਸਦੀਵੀ ਹੱਲ ਇਸ ਮੰਤਰੀ ਮੰਡਲ ਜਾਂ ਇਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵਿੱਚੋਂ ਨਹੀਂ ਨਿਕਲ ਸਕਦਾ। ਸੋ ਕਿਤੇ ਨਾ ਕਿਤੇ ਇੱਕ ਪੱਖ ਜਿਹੜਾ ਉਹ ਇਹ ਸਿੱਧ ਕਰਨ ਦੇ ਵਾਸਤੇ ਹੈ ਕਿ ਪੰਜਾਬ ਦਾ ਐਡਵੋਕੇਟ ਜਨਰਲ APS ਦਿਓਲ ਨੂੰ ਲਗਾਇਆ ਗਿਆ, ਜਿਹੜੇ ਕਿ ਸਮੇਤ ਸੈਣੀ ਦੇ ਵਕੀਲ ਨੇ, ਜਿਨ੍ਹਾਂ ਦੇ ਉੱਪਰ ਪਿਛਲੇ ਸਮੇਂ ਦੇ ਵਿੱਚ ਅਕਾਲੀ ਸਰਕਾਰ ਦੇ ਸਮੇਂ DGP ਵੀ ਰਹੇ ਤਾਂ ਵੀ ਇਤਰਾਜ਼ ਉੱਠਦੇ ਰਹੇ ਤੇ ਪੰਜਾਬ ਦੇ ਇੱਕ ਸੰਘਰਸ਼ੀਲ ਸਮੇਂ ਦੇ ਵਿੱਚ ਉਹਨਾਂ ਦੇ ਉੱਪਰ ਜਿਸ ਤਰ੍ਹਾਂ ਦੇ ਦੋਸ਼ ਲੱਗੇ ਹੋਏ ਨੇ, ਜਿਸ ਤਰ੍ਹਾਂ ਦੇ ਨਾਲ ਪੰਜਾਬ ਦੀ ਜਵਾਨੀ ਨੂੰ ਕੋਹ ਕੇ ਖਤਮ ਕੀਤਾ ਗਿਆ, ਸੋ ਉਸ ਦੇ ਵਕੀਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਦਾ ਅਹੁਦਾ ਦੇਣਾ ਸਭ ਤੋਂ ਵੱਡਾ ਸਵਾਲੀਆ ਚਿੰਨ੍ਹ ਤਾਂ ਉੱਥੇ ਲੱਗ ਜਾਂਦਾ ਸੀ। ਅਗਲੀ ਗੱਲ ਆ ਜਾਂਦੀ ਹੈ ਕਿ ਡਾਇਰੈਕਟਰ ਜਨਰਲ ਆਫ ਪੁਲਿਸ ਇਕਬਾਲਪ੍ਰੀਤ ਸਿੰਘ ਸਹੋਤਾ, ਉਹਦੇ ਉੱਪਰ ਵੀ ਇਹ ਦੋਸ਼ ਲੱਗਦਾ ਸੀ ਕਿ ਬੇਅਦਬੀ ਕਾਂਡ ਦੇ ਵਿੱਚ ਜਾਂ ਉਸ ਤੋਂ ਬਾਅਦ ਬਾਈਬਲ ਜਾਂ ਜਿਹੜੇ ਗੋਲੀकांड ਹੋਏ ਨੇ, ਉਹਨਾਂ ਗੋਲੀकांडाਂ ਦੇ ਵਿੱਚ ਉਹਨਾਂ ਨੇ ਆਪਣੀ ਤਫਤੀਸ਼ ਦਾ ਜਿਹੜਾ ਰੁਖ ਹੈ ਉਹ ਬਿਲਕੁਲ ਮੋੜ ਦਿੱਤਾ ਸੀ। ਬਜਾਏ ਕਿ ਜਿਹੜੇ ਦੋਸ਼ੀ ਜਾਂ ਜਿਹੜੇ ਡੇਰਾ ਪ੍ਰੇਮੀ ਸਨ ਉਹਨਾਂ ਦੇ ਉੱਪਰ ਕੋਈ ਕਾਰਵਾਈ ਹੁੰਦੀ, ਉਹਨਾਂ ਨੇ ਸਿੱਖ ਨੌਜਵਾਨਾਂ ਦੇ ਉੱਪਰ, ਖਾਸ ਕਰਕੇ 5 ਗਰਾਈ ਭਰਾਵਾਂ ਦੇ ਉੱਪਰ ਇਹ ਸਾਰਾ ਬੋਝ ਪਾ ਕੇ ਮੀਡੀਆ ਦੇ ਵਿੱਚ ਇਹ ਗੱਲ ਜਿਹੜੀ ਹੈ ਇਹ ਪ੍ਰਚਾਰਿਤ ਤੇ ਪ੍ਰਕਾਸ਼ਿਤ ਕਰ ਦਿੱਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਈ ਬੇਅਦਬੀ ਦੇ ਪਿੱਛੇ ਇਹਨਾਂ ਸਿੱਖ ਚਿਹਰਿਆਂ ਦਾ ਹੱਥ ਹੈ। ਸੋ ਆ ਜਾ ਕੇ ਇਹੀ ਮੁੱਦੇ ਸੀ ਜਿਹੜੇ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੇ। ਤੇ ਇਸ ਤੋਂ ਇਲਾਵਾ ਜੇਕਰ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਜਾਂਦੀ ਸੀ ਜਾਂ ਹੋਰ ਮੁੱਦੇ ਚੁੱਕੇ ਜਾਂਦੇ ਸੀ ਤਾਂ ਕੈਬਨਿਟ ਦੇ ਵਿੱਚ ਲਏ ਗਏ ਨਵੇਂ ਮਿਨਿਸਟਰ ਗੁਰਜੀਤ ਸਿੰਘ ਰਾਣਾ ਦੇ ਉੱਪਰ ਭ੍ਰਿਸ਼ਟਾਚਾਰ ਦੇ ਬਹੁਤ ਸਾਰੇ ਦੋਸ਼ ਮੀਡੀਆ ਦੇ ਵਿੱਚ ਆ ਚੁੱਕੇ ਸੀ। ਸੋ ਆ ਜਾ ਕੇ ਜਿਹੜੇ ਲੋਕ ਇਸ ਨਜ਼ਰੀਏ ਤੋਂ ਵੇਖ ਰਹੇ ਨੇ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਜਿਹੜਾ ਅਸਤੀਫਾ ਹੈ ਇਸ ਕਰਕੇ ਦਿੱਤਾ ਗਿਆ ਹੈ, ਤਾਂ ਉਹਦੇ ਵਿੱਚ ਇਹ ਜਿਹੜੇ ਪੱਖ ਨੇ ਇਹਨਾਂ ਦੀ ਗੱਲਬਾਤ ਹੋ ਰਹੀ ਹੈ। ਪਰ ਜਿਹੜੀ ਕਾਂਗਰਸ ਦੀ ਪਾਟੋ ਧਾੜ ਹੈ, ਇਸ ਪਾਟੋ ਧਾੜ ਨੇ ਸਮੁੱਚੇ ਰੂਪ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਅਸਥਿਰਤਾ ਤਾਂ ਪੈਦਾ ਕੀਤੀ ਹੈ। ਉਹਦੇ ਨਾਲ ਪੰਜਾਬ ਦਾ ਰਾਜਨੀਤਿਕ ਜਿਹੜਾ ਭਵਿੱਖ ਹੈ ਉਹ ਕੀ ਹੋਵੇਗਾ ਉਹਦੇ ਬਾਰੇ ਜੇ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਦੋਂ ਤੋਂ ਕੈਪਟਨ ਸਰਕਾਰ ਦਾ ਇਹ ਪਿਛਲੇ 5 ਸਾਲ ਦਾ ਸਮਾਂ ਸ਼ੁਰੂ ਹੋਇਆ ਸੀ ਤਾਂ ਆਰੰਭ ਤੋਂ ਹੀ ਕੈਪਟਨ ਦੀ ਬਾਜਵਾ ਸਾਹਿਬ ਦੇ ਨਾਲ ਕੈਪਟਨ ਬਨਾਮ ਬਾਜਵਾ ਜੰਗ ਚੱਲਦੀ ਰਹੀ, ਕੈਪਟਨ ਬਨਾਮ ਸਿੱਧੂ ਜੰਗ ਹੋ ਗਈ, ਉਸ ਤੋਂ ਬਾਅਦ ਸਿੱਧੂ ਬਨਾਮ ਸੁਖਜਿੰਦਰ ਸਿੰਘ ਹੋ ਗਈ, ਉਸ ਤੋਂ ਬਾਅਦ ਚੰਨੀ ਸਿੱਧੂ ਤੇ ਬਾਕੀਆਂ ਦੀ ਜੋੜੀ ਬਣੀ ਤੇ ਇੱਕ ਧੜੇ ਦੀ ਬਨਾਮ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਨਾਲ ਗੱਲ ਹੋ ਗਈ। ਹੁਣ ਚੰਨੀ ਦੇ ਵੱਲੋਂ ਜਦੋਂ ਮੰਤਰੀ ਮੰਡਲ ਅਨਾਉਂਸ ਕੀਤਾ ਗਿਆ ਤੇ ਕਿਤੇ ਨਾ ਕਿਤੇ ਸਿੱਧੂ ਦਾ ਅਸਤੀਫਾ ਜਿਹੜਾ ਇਹ ਨਵਜੋਤ ਸਿੰਘ ਸਿੱਧੂ ਬਨਾਮ
ਚਰਨਜੀਤ ਸਿੰਘ ਚੰਨੀ ਇਸ ਤਰ੍ਹਾਂ ਦੀ ਜਿਹੜੀ ਜੰਗ ਉਹ ਬਣਦੀ ਨਜ਼ਰ ਆ ਰਹੀ ਹੈ। ਸੋ ਬਾਕੀ ਤੇ ਅਜੇ ਗੱਲਾਂ ਬਾਅਦ ਦੇ ਵਿੱਚ ਨੇ ਕਿ ਕਾਂਗਰਸ ਹਾਈ ਕਮਾਂਡ ਅਸਤੀਫਾ ਪ੍ਰਵਾਨ ਕਰਦੀ ਹੈ ਜਾਂ ਨਹੀਂ, ਪਰ ਇਹਦੇ ਨਾਲ ਜਿਹੜੀਆਂ ਮੀਡੀਆ ਦੇ ਵਿੱਚ ਹੋਰ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਕਾਂਗਰਸ ਦਾ ਇੱਕ ਤੀਜਾ ਧਿਰ ਜਾਂ ਤੀਜਾ ਧੜਾ ਉੱਭਰ ਕੇ ਸਾਹਮਣੇ ਜ਼ਰੂਰ ਆ ਜਾਵੇਗਾ, ਕਿਉਂਕਿ ਉਹਦੇ ਵਿੱਚ ਰਜੀਆ ਸੁਲਤਾਨ ਜਿਹੜੇ ਮਲੇਰਕੋਟਲਾ ਤੋਂ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਔਰ ਉਹਨਾਂ ਨੇ ਸਿੱਧੂ ਦੇ ਨਾਲ ਖਲੋਣ ਦਾ ਹਵਾਲਾ ਦੇ ਕੇ ਅਸਤੀਫਾ ਦੇ ਦਿੱਤਾ ਹੈ। ਇਸੇ ਤਰ੍ਹਾਂ ਮੀਡੀਆ ਦੇ ਵਿੱਚ ਨਵੇਂ ਚੁਣੇ ਗਏ ਮੰਤਰੀ ਸਰਦਾਰ ਪ੍ਰਗਟ ਸਿੰਘ ਦੇ ਅਸਤੀਫੇ ਦੀ ਗੱਲ ਵੀ ਆ ਰਹੀ ਹੈ ਔਰ ਕਿਤੇ ਨਾ ਕਿਤੇ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜੇਕਰ ਡਾਇਰੈਕਟਰ ਜਨਰਲ ਤੇ ਡੀਜੀਪੀ ਤੇ ਜਿਹੜੇ ਮੰਤਰੀ ਭ੍ਰਿਸ਼ਟ ਨੇ ਜੇਕਰ ਉਹਨਾਂ ਦੇ ਅਹੁਦੇ ਰੱਦ ਕਰ ਦਿੱਤੇ ਜਾਂਦੇ ਨੇ, ਭਾਵ ਉਹਨਾਂ ਨੂੰ ਮੰਤਰੀ ਮੰਡਲ ਤੋਂ ਲਾਂਭੇ ਕਰ ਦਿੱਤਾ ਜਾਂਦਾ ਹੈ, ਤੇ ਹੋ ਸਕਦਾ ਦੁਬਾਰਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਕੋਈ ਸਥਿਰਤਾ ਆ ਸਕੇ, ਪਰ ਅਜੇ ਤੱਕ ਇਸ ਦਾ ਕੋਈ ਵੀ ਕਹਿ ਸਕਦੇ ਹੋ ਕਿ ਸੰਕੇਤ ਨਜ਼ਰ ਨਹੀਂ ਆ ਰਿਹਾ। ਹੁਣ ਗੱਲ ਆ ਰਹੀ ਹੈ ਕਿ ਇਸ ਦਾ ਫਾਇਦਾ ਕਿਸ ਨੂੰ ਹੋਵੇਗਾ। ਪੰਜਾਬੀ ਦੇ ਵਿੱਚ ਹੁਣ ਮੈਂ ਉਹ ਸ਼ਬਦ ਵਰਤਣਾ ਨਹੀਂ ਚਾਹੁੰਦਾ ਕਿ ਦੋਹਾਂ ਦੀ ਲੜਾਈ ਦੇ ਵਿੱਚ ਫਾਇਦਾ ਕਿਸ ਨੂੰ ਹੁੰਦਾ ਹੈ, ਇਹ ਤੁਸੀਂ ਸਾਰੇ ਹੀ ਸਮਝਦੇ ਹੋ। ਸੋ ਫਾਇਦਾ ਕਿਸ ਨੂੰ ਹੋਵੇਗਾ, ਕਿਤੇ ਨਾ ਕਿਤੇ ਜੋ ਅੱਜ ਦੀ ਤਾਰੀਖ ਦੇ ਵਿੱਚ ਜਿਸ ਤਰ੍ਹਾਂ ਦੇ ਰਾਜਨੀਤਿਕ ਸਮੀਕਰਨ ਬਣਦੇ ਜਾ ਰਹੇ ਨੇ, ਇਸ ਦਾ ਫਾਇਦਾ ਮੁੱਖ ਰੂਪ ਦੇ ਵਿੱਚ ਕੇਂਦਰ ਦੀ ਜਿਹੜੀ ਸਰਕਾਰ ਹੈ, ਭਾਜਪਾ ਸਰਕਾਰ ਹੈ, ਉਸ ਨੂੰ ਜ਼ਰੂਰ ਮਿਲ ਸਕਦਾ ਹੈ ਕਿ ਸੂਬੇ ਦੇ ਵਿੱਚ ਉਹ ਆਪਣਾ ਆਧਾਰ ਮਜ਼ਬੂਤ ਕਰ ਸਕਦੇ ਨੇ। ਬੇਸ਼ੱਕ ਇਹ ਅਜੇ ਕਿਆਸ ਰਾਈਆਂ ਨੇ। ਉਹਨਾਂ ਕਿਆਸ ਰਾਈਆਂ ਦਾ ਆਧਾਰ ਇਹ ਹੈ ਕਿ ਅੱਜ ਜਦੋਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਤਾਂ ਮੀਡੀਆ ਦੇ ਵਿੱਚ ਇਹ ਖਬਰਾਂ ਬਹੁਤ ਜ਼ਿਆਦਾ ਪ੍ਰਕਾਸ਼ਿਤ ਹੋਈਆਂ ਕਿ ਉਹ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣਗੇ। ਇਹਦੇ ਤੋਂ ਪਹਿਲਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਬਿਆਨ ਸੀ, ਜੇਕਰ ਤੁਸੀਂ ਉਹਨਾਂ ਨੂੰ ਬਿਆਨਾਂ ਦਾ ਤੁਸੀਂ ਲੜੀਵਾਰ ਅਧਿਐਨ ਕਰੋਗੇ, ਬੇਸ਼ੱਕ ਮੀਡੀਆ ਦੇ ਵਿੱਚ ਉਹਨਾਂ ਦੀ ਭਾਜਪਾ ਦੀ ਉੱਪਰਲੀ ਜਿਹੜੀ ਹਾਈ ਕਮਾਂਡ ਹੈ ਉਹਦੇ ਨਾਲ ਚੰਗੇ ਸੰਬੰਧਾਂ ਦੀਆਂ ਗੱਲਾਂ ਤਾਂ ਹਮੇਸ਼ਾ ਚੱਲਦੀਆਂ ਰਹੀਆਂ, ਪਰ ਕਰਤਾਰਪੁਰ ਕੋਰੀਡੋਰ ਤੋਂ ਲੈ ਕੇ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਦਾ ਚਾਹੇ ਜਸਟਿਨ ਟਰੂਡੋ ਦੇ ਆਉਣ ਦੇ ਉੱਪਰ ਪ੍ਰਤੀਕਰਮ ਹੋਵੇ, ਉਹ ਸਾਰਾ ਪ੍ਰਤੀਕਰਮ ਉਸ ਦਿਸ਼ਾ ਦੇ ਵਿੱਚ ਹੀ ਰਿਹਾ ਜਿਹੜੀ ਦਿਸ਼ਾ ਦੇ ਵਿੱਚ ਭਾਜਪਾ ਦੀਆਂ ਨੀਤੀਆਂ ਰਾਜਨੀਤਿਕ ਤੌਰ ਤੇ ਸਥਿਰ ਹੋਣ ਦੇ ਵਾਸਤੇ ਚਾਹੁੰਦੀਆਂ ਸੀ। ਸੋ ਕਿਤੇ ਨਾ ਕਿਤੇ ਜੇਕਰ ਅੱਜ ਅਸੀਂ ਗੱਲ ਕਰੀਏ ਕਿ ਜਿਸ ਤਰ੍ਹਾਂ ਭਾਜਪਾ ਦੇ ਵੱਲੋਂ ਇਹ ਗੱਲ ਕੀਤੀ ਜਾਂਦੀ ਰਹੀ ਕਿ ਉਹ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਸਿੱਖ ਚਿਹਰਾ ਦੇਣਗੇ, ਤੇ ਜਿਸ ਤਰ੍ਹਾਂ ਦੀਆਂ ਕਿਆਸ ਰਾਈਆਂ ਪੈਦਾ ਹੋ ਰਹੀਆਂ ਨੇ, ਉਹਦੇ ਵਿੱਚ ਸਭ ਤੋਂ ਅਹਿਮ ਗੱਲ ਹੁੰਦੀ ਹੈ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਕਈ ਵਾਰੀ ਜਦੋਂ ਸਰਕਾਰਾਂ ਦੇ ਬਾਰੇ ਫਾਸ਼ੀਵਾਦੀ ਹੋਣ ਦੀ ਗੱਲ ਕਰਦੇ ਹਾਂ ਤਾਂ ਫਾਸਿਜ਼ਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਫਾਸਿਜ਼ਮ ਦੇ ਵਿੱਚ ਹਮੇਸ਼ਾ ਹੀ ਭੈ ਦਿੱਤਾ ਵੀ ਜਾਂਦਾ ਤੇ ਭੈ ਸਿਰਜਿਆ ਵੀ ਜਾਂਦਾ। ਸੋ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਕੋਰੀਡੋਰ ਤੋਂ ਲੈ ਕੇ ਗੁਆਂਢੀ ਮੁਲਕਾਂ ਦੇ ਨਾਲ ਇਸ ਤਰ੍ਹਾਂ ਦਾ ਭੈ ਦੇਣ ਤੇ ਭੈ ਸਿਰਜਣ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ, ਜਿਹਦੇ ਕਰਕੇ ਭਾਜਪਾ ਜਿਸ ਤਰ੍ਹਾਂ ਦਾ ਚਿਹਰਾ ਪੰਜਾਬ ਦੇ ਵਿੱਚ ਚਾਹੁੰਦੀ ਹੈ ਉਹ ਉਸ ਫਰੇਮ ਦੇ ਵਿੱਚ ਬਿਲਕੁਲ ਪੂਰਾ ਉਤਰਦੇ ਨੇ। ਦੂਜੀ ਗੱਲ, ਜੇਕਰ ਤੁਸੀਂ ਰਾਜਨੀਤਿਕ ਵਿਸ਼ਲੇਸ਼ਣ ਦੇ ਤੌਰ ਦੇ ਉੱਪਰ ਵੇਖੋਗੇ ਤਾਂ ਉਹਦੇ ਵਿੱਚ ਹੁੰਦਾ ਕਿ ਕੋਈ ਸੰਘਰਸ਼ ਜਿੱਡਾ ਵੱਡਾ ਹੋਵੇ ਉਹਦੇ ਵਿੱਚੋਂ ਓਨਾ ਹੀ ਵੱਡਾ ਜਿਹੜਾ ਕਹਿ ਸਕਦੇ ਹੋ ਕਿ ਰਾਜਨੀਤਿਕ ਫਾਇਦਾ ਲਿਆ ਜਾ ਸਕਦਾ ਹੈ। ਕਿਸਾਨੀ ਸੰਘਰਸ਼ ਇਸ ਵੇਲੇ ਪੰਜਾਬ ਦਾ ਨਹੀਂ, ਹਰਿਆਣੇ ਦਾ ਨਹੀਂ, ਹਿਮਾਚਲ ਪ੍ਰਦੇਸ਼ ਦਾ ਨਹੀਂ, ਬਲਕਿ ਸਾਰੇ ਦੇਸ਼ ਦਾ ਇੱਕ ਵੱਡਾ ਮੁੱਦਾ ਬਣ ਚੁੱਕਾ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨੀ ਦੀਆਂ ਭਾਵਨਾਵਾਂ ਉਹਦੇ ਨਾਲ ਜੁੜੀਆਂ ਹੋਣ ਕਰਕੇ ਜਿਹੜਾ ਕਿਸਾਨੀ ਦੇ ਨਾਲ ਬਾਕੀ ਕਾਰੋਬਾਰ ਦੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀਆਂ ਵੀ ਇੱਕ ਵੱਡੀਆਂ ਭਾਵਨਾਵਾਂ ਤੇ ਇੱਕ ਵੱਡਾ ਵੋਟ ਬੈਂਕ ਜਿਹੜਾ ਉਹ ਜੁੜਿਆ ਹੋਇਆ। ਪਰ ਕੇਂਦਰ ਦੇ ਨਾਲ ਕਿਸਾਨ ਸੰਘਰਸ਼ ਦੇ ਆਗੂਆਂ ਦੀਆਂ ਜਿੰਨੀਆਂ ਵੀ ਹੁਣ ਤੱਕ ਉਹਨਾਂ ਦੇ ਖੇਤੀ ਮੰਤਰੀ ਦੇ ਨਾਲ ਮਿਸਟਰ ਤੋਮਰ ਦੇ ਨਾਲ ਗੱਲਾਂ ਬਾਤਾਂ ਹੋਈਆਂ ਜਾਂ ਫਿਰ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਰੇਲਵੇ ਮੰਤਰੀ ਦੇ ਵੱਲੋਂ ਕਿਸਾਨ ਆਗੂਆਂ ਦੇ ਬਾਰੇ ਕੀਤੀਆਂ ਗਈਆਂ, ਸੋ ਕਿਸਾਨ ਆਗੂਆਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਕੋਈ ਐਸੀ ਧਿਰ ਨਹੀਂ ਸੀ ਜਿਹੜੀ ਵਿਚੋਲਾ ਬਣ ਕੇ ਇਸ ਮੁੱਦੇ ਨੂੰ ਸਮਝੌਤੇ ਵਾਲੇ ਪਾਸੇ ਲੈ ਕੇ ਜਾ ਸਕੇ। ਪਰ ਇਹ ਵੀ ਕੋਈ ਸ਼ੱਕ ਨਹੀਂ ਜਾਂ ਕੋਈ ਗੱਲ ਕਹਿ ਸਕਦੇ ਹੋ ਕਿ ਗੁੱਝੀ ਗੱਲ ਨਹੀਂ ਹੈ ਕਿ ਕੁਝ ਕਿਸਾਨ ਆਗੂਆਂ ਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੜੇ ਚੰਗੇ ਸੰਬੰਧ ਨੇ। ਸੋ ਇਹ ਖਬਰਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸੱਚੀਆਂ ਹੁੰਦੀਆਂ ਪ੍ਰਤੀਤ ਹੋ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਕਿਸਾਨ ਸੰਘਰਸ਼ ਦੇ ਆਗੂਆਂ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਨਿਭਾਈ ਜਾਣ ਵਾਲੀ ਅਗਲੀ ਵਿਚੋਲਗਰੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਇੱਕ ਸਾਰਥਿਕ ਭੂਮਿਕਾ ਨਿਭਾ ਸਕਦੇ ਨੇ। ਤੇ ਜੇਕਰ ਜਿਹੜੇ ਕਿਸਾਨੀ ਕਾਨੂੰਨ ਨੇ ਉਹ ਰੱਦ ਕਰ ਦਿੱਤੇ ਜਾਂਦੇ ਨੇ ਜਾਂ ਫਿਰ ਇੱਕ ਲੰਬੇ ਸਮੇਂ ਦੇ ਵਾਸਤੇ ਉਹਨਾਂ ਨੂੰ ਅੱਗੇ ਪਾ ਦਿੱਤਾ ਜਾਂਦਾ, ਸਸਪੈਂਡ ਕਰ ਦਿੱਤਾ ਜਾਂਦਾ ਤੇ ਕੁਝ ਮੰਗਾਂ ਜਿਹੜੀਆਂ ਨੇ
ਉਹ ਮੰਨ ਲਈਆਂ ਜਾਂਦੀਆਂ ਨੇ ਤੇ ਉਹਦੇ ਨਾਲ ਜਿੰਨਾ ਵੀ ਵੋਟ ਪੱਧਰ ਦੇ ਉੱਪਰ ਫਾਇਦਾ ਹੈ ਉਹ ਸਾਰਾ ਭਾਜਪਾ ਨੂੰ ਹੀ ਪਹੁੰਚੇਗਾ। ਸੋ ਬਾਕੀ ਤਾਂ ਆਉਣ ਵਾਲਾ ਵਕਤ ਦੱਸੇਗਾ ਕਿ ਇਹ ਊਠ ਜਿਹੜਾ ਉਹ ਕਿਸ ਕਰਵਟ ਬੈਠਦਾ ਹੈ। ਪਰ ਫਿਲਹਾਲ ਜਿਸ ਤਰ੍ਹਾਂ ਦੀ ਰਾਜਨੀਤਿਕ ਅਸਥਿਰਤਾ ਪੰਜਾਬ ਦੇ ਵਿੱਚ ਪੈਦਾ ਹੋ ਗਈ ਹੈ ਤੇ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਜਿਹੜੀ ਹੈ ਉਹ ਖੱਖੜੀਆਂ ਕਰੇਲੇ ਹੋ ਚੁੱਕੀ ਹੈ, ਉਸ ਤੋਂ ਲੱਗਦਾ ਹੈ ਕਿ ਇਹਦਾ ਫਾਇਦਾ ਭਾਜਪਾ ਜਾਂ ਫਿਰ ਭਾਜਪਾ ਦੀ ਰਾਸ਼ਟਰਵਾਦੀ ਨੀਤੀ ਦੇ ਉੱਪਰ ਚੱਲਣ ਵਾਲੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉਹੀ ਉਠਾ ਸਕਣਗੀਆਂ। ਤੇ ਆ ਜਾ ਕੇ ਜੇ ਕਿਹਾ ਜਾਵੇ ਤਾਂ ਸਿੱਖ ਸਿਆਸਤ ਇਸ ਦੇ ਵਿੱਚੋਂ ਬਿਲਕੁਲ ਮੰਨਫੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ। ਸਤਿਕਾਰ ਸਾਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।